ਅੱਜ ਆਪਾਂ ਆਪਣੀ ਪੋਇਮ ਆ ਜਿਹੜੀ ਟ੍ਰੇਨਸ ਉਹ ਪੜਾਂਗੇ ਤੇ ਉਹਦੀ ਸਾਰੀ ਐਕਸਰਸਾਈਜ਼ ਵੀ ਕਰਾਂਗੇ। ਧਿਆਨ ਬਣਾ ਕੇ ਰੱਖਿਓ ਤੇ ਤੁਸੀਂ ਪੂਰੀ ਚੰਗੀ ਤਰ੍ਹਾਂ ਇਹ ਪੋਇਮ ਸਮਝ ਲੈਣੀ ਆ। ਟ੍ਰੇਨਸ ਮਤਲਬ ਹੁੰਦਾ ਰੇਲ ਗੱਡੀਆਂ। ਓਵਰ ਦਾ ਮਾਊਂਟੇਨਸ, ਮਾਊਂਟੇਨਸ ਮਤਲਬ ਪਹਾੜ, ਪਹਾੜਾਂ ਉੱਤੋਂ ਦੀ। ਓਵਰ ਦਾ ਪਲੇਨਸ, ਪਲੇਨਸ ਮਤਲਬ ਹੁੰਦਾ ਮੈਦਾਨ ਜਾਂ ਮੈਦਾਨੀ ਇਲਾਕੇ, ਜਿਹੜੇ ਪੱਧਰੇ ਇਲਾਕੇ ਹੁੰਦੇ ਨੇ। ਪੱਧਰੇ ਇਲਾਕੇ ਮੈਦਾਨੀ ਇਲਾਕਿਆਂ ਦੇ ਵੀ ਉੱਤੋਂ ਦੀ। ਓਵਰ ਦਾ ਰਿਵਰਸ, ਰਿਵਰਸ ਮਤਲਬ ਹੁੰਦਾ ਨਦੀਆਂ, ਨਦੀਆਂ ਦੇ ਵੀ ਉੱਪਰ ਦੀ। ਹੇਅਰ ਕਮ ਦਾ ਟ੍ਰੇਨਸ, ਉਰੇ ਆ ਰਹੀਆਂ ਨੇ ਰੇਲ ਗੱਡੀਆਂ। ਕੈਰਿੰਗ ਪੈਸੇਂਜਰਸ, ਪੈਸੇਂਜਰਸ ਮਤਲਬ ਹੁੰਦਾ ਯਾਤਰੀ, ਜਿਹੜੇ ਉਹ 'ਚ ਲੋਕ ਬੈਠੇ ਹੁੰਦੇ ਨੇ, ਸਫ਼ਰ ਕਰ ਰਹੇ ਹੁੰਦੇ ਨੇ ਰੇਲ ਗੱਡੀ 'ਚ, ਉਹ ਯਾਤਰੀਆਂ ਨੂੰ ਲੈ ਕੇ ਆ ਰਹੀਆਂ ਹੁੰਦੀਆਂ ਨੇ। ਕੈਰਿੰਗ ਮੇਲ, ਮੇਲ ਮਤਲਬ ਹੁੰਦਾ ਡਾਕ, ਚਿੱਠੀ ਪੱਤਰ। ਹੁਣ ਉਹ ਯਾਤਰੀਆਂ ਨੂੰ ਵੀ ਲੈ ਕੇ ਆ ਰਹੀਆਂ ਨੇ ਤੇ ਚਿੱਠੀ ਪੱਤਰਾਂ ਨੂੰ ਵੀ ਲੈ ਕੇ ਆ ਰਹੀਆਂ ਨੇ। ਬਰਿੰਗਿੰਗ ਦੇਅਰ ਪ੍ਰੀਸ਼ੀਅਸ ਲੋਡਸ, ਪ੍ਰੀਸ਼ੀਅਸ ਲੋਡਸ ਮਤਲਬ ਯਾਤਰੀ ਤੇ ਚਿੱਠੀ ਪੱਤਰ, ਸਾਰੇ ਇਹਨਾਂ ਦੋਨਾਂ ਚੀਜ਼ਾਂ ਨੂੰ ਉਹ ਪ੍ਰੈਸ਼ੀਅਸ ਲੋਡਸ ਕਹਿੰਦਾ ਹੈ। ਪ੍ਰੈਸ਼ੀਅਸ ਲੋਡਸ ਦਾ ਮਤਲਬ ਹੁੰਦਾ ਪੰਜਾਬੀ 'ਚ ਕੀਮਤੀ ਸਮਾਨ, ਇਸ ਕਰਕੇ ਦੋਨੇ ਚੀਜ਼ਾਂ ਇਹਦੇ ਕੀਮਤੀ ਸਮਾਨ ਹੋ ਗਏ। ਇਨ ਵਿਦਾਊਟ ਫੇਲ, ਫੇਲ ਮਤਲਬ ਫੇਲ ਨਾ ਹੋਣਾ, ਬਿਨਾਂ ਰੁਕਾਵਟ ਤੋਂ, ਬਿਨਾਂ ਫੇਲ ਹੋਣ ਤੋਂ ਉਹ ਇਹ ਚੀਜ਼ਾਂ ਨੂੰ ਆਪਦੀ ਮੰਜ਼ਿਲ ਤੱਕ ਪਹੁੰਚਾ ਰਹੀਆਂ ਨੇ। ਇਹਨਾਂ ਨੂੰ ਚੱਕ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾ ਰਹੀਆਂ ਨੇ। ਥਾਊਜ਼ੈਂਡਸ ਆਫ ਫਰੈਟ ਕਾਰਸ, ਥਾਊਜ਼ੈਂਡਸ ਆਫ ਫਰੈਟ ਕਾਰਸ, ਫਰੈਟ ਕਾਰਸ ਮਤਲਬ ਹੁੰਦਾ ਮਾਲ ਗੱਡੀਆਂ। ਜਿਹੜੀਆਂ ਰੇਲ ਗੱਡੀਆਂ ਆਪਾਂ ਨੂੰ ਪਤਾ ਨਾ ਮਾਲ ਲੈ ਕੇ ਜਾਂਦੀਆਂ ਹੁੰਦੀਆਂ, ਜਿਨ੍ਹਾਂ 'ਚ ਕੋਲਾ ਜਾਂ ਅਨਾਜ ਵੀ ਹੋ ਸਕਦਾ, ਹੋਰ ਕਿੰਨਾ ਸਮਾਨ ਜਿਨ੍ਹਾਂ 'ਚ ਪਾਇਆ ਹੁੰਦਾ, ਉਹਨੂੰ ਅਸੀਂ ਮਾਲ ਗੱਡੀ ਕਹਿ ਦਿੰਦੇ ਹਾਂ। ਜਿਨ੍ਹਾਂ 'ਚ ਆਪਾਂ ਨਹੀਂ ਸਫ਼ਰ ਕਰਦੇ ਜਾਂ ਜਿਨ੍ਹਾਂ 'ਚ ਆਪਾਂ ਨਹੀਂ ਚੜ੍ਹਦੇ ਹੁੰਦੇ, ਉਹਨਾਂ ਸਾਰੀਆਂ ਨੂੰ ਅਸੀਂ ਮਾਲ ਗੱਡੀਆਂ ਕਹਿ ਦਿੰਦੇ ਹਾਂ। ਹਜ਼ਾਰਾਂ ਹੀ ਮਾਲ ਗੱਡੀਆਂ ਚੱਲ ਰਹੀਆਂ ਨੇ। ਆਲ ਰਸ਼ਿੰਗ ਔਨ ਥਰੂ ਡੇ ਐਂਡ ਡਾਰਕਨੈਸ, ਡੇ ਮਤਲਬ ਦਿਨ, ਡਾਰਕਨੈਸ ਮਤਲਬ ਰਾਤ। ਸਾਰੀਆਂ ਚੱਲ ਰਹੀਆਂ ਨੇ, ਲਗਾਤਾਰ ਚੱਲ ਰਹੀਆਂ ਨੇ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ। ਥਰੂ ਡਸਕ ਐਂਡ ਡਾਨ, ਡਾਨ ਮਤਲਬ ਹੁੰਦਾ ਸੂਰਜ ਜਦੋਂ ਚੜ੍ਹਦਾ ਹੁੰਦਾ ਉਹ ਟਾਈਮ, ਡਸਕ ਹੁੰਦਾ ਜਦੋਂ ਸੂਰਜ ਛਿਪਦਾ ਹੁੰਦਾ ਉਹ ਟਾਈਮ। ਚਾਹੇ ਸੂਰਜ ਚੜ੍ਹਦੇ ਵਾਲਾ ਵੇਲਾ ਚਾਹੇ ਸੂਰਜ ਛਿਪਦੇ ਵਾਲਾ ਵੇਲਾ, ਉਹ ਚੱਲ ਰਹੀਆਂ ਨੇ ਬਿਨਾਂ ਕਿਸੇ ਰੁਕਾਵਟ ਤੋਂ। ਓਵਰ ਦਾ ਮਾਊਂਟੇਨਸ, ਪਹਾੜਾਂ ਉੱਤੋਂ ਦੀ। ਓਵਰ ਦਾ ਪਲੇਨਸ, ਮੈਦਾਨਾਂ ਉੱਤੋਂ ਦੀ। ਓਵਰ ਦਾ ਰਿਵਰਸ, ਨਦੀਆਂ ਉੱਤੋਂ ਦੀ। ਹੇਅਰ ਕਮ ਦਾ ਟ੍ਰੇਨਸ, ਰੇਲ ਗੱਡੀਆਂ ਆ ਰਹੀਆਂ ਨੇ। ਕਵੀ ਆਪਾਂ ਨੂੰ ਕਹਿੰਦਾ ਵੀ ਰੇਲ ਗੱਡੀਆਂ ਬਿਨਾਂ ਕਿਸੇ ਰੁਕਾਵਟ ਤੋਂ, ਬਿਨਾਂ ਰੁਕਣ ਤੋਂ ਆਪਣੀ ਮੰਜ਼ਿਲ ਵੱਲ ਵਧ ਰਹੀਆਂ ਨੇ, ਆਪਣੇ ਵਿੱਚ ਕੀਮਤੀ ਸਮਾਨ ਧਰ ਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਲਿਜਾ ਰਹੀਆਂ ਨੇ। ਇੰਨੀ ਕੁ ਆਪਣੀ ਪੋਇਮ ਸੀ ਛੋਟੀ ਜੀ, ਲੱਗਦਾ ਤੁਹਾਨੂੰ ਸਾਰੀ ਇਹ ਸਮਝ ਆ ਹੀ ਗਈ ਹੋਣੀ ਆ। ਅੱਗੇ ਆਪਾਂ ਇਹਦੀ ਐਕਸਰਸਾਈਜ਼ ਕਰ ਲੈਂਦੇ ਹਾਂ। ਪਹਿਲਾਂ ਸਾਨੂੰ ਐਕਟੀਵਿਟੀ 2 ਹੈ ਜਿਹੜੀ, ਉਹਦੇ 'ਚ ਆਪਾਂ ਨੂੰ ਦਿੱਤਾ ਗਿਆ ਥੱਲੇ ਇੱਕ ਟੇਬਲ ਜਿਹਾ ਦੇਖੋ ਬਣਾਇਆ ਹੋਇਆ। ਉਹ ਕਹਿੰਦੇ ਗਿਵਨ ਬਿਲੋ ਆਰ ਸਮ ਮੋਰ ਮੀਨਸ ਆਫ ਟਰਾਂਸਪੋਰਟ, ਪੁੱਟ ਦੈਮ ਅੰਡਰ ਦਾ ਰਾਈਟ ਬਾਕਸ। ਥੱਲੇ ਆਪਾਂ ਨੂੰ ਕੁਝ ਕੁ ਆਵਾਜਾਈ ਦੇ ਸਾਧਨਾਂ ਦੀ ਲਿਸਟ ਦਿੱਤੀ ਹੋਈ ਹੈ। ਇਹਨਾਂ 'ਚੋਂ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰਨਾ ਵੀ ਕਿਹੜੇ ਲੈਂਡ ਟਰਾਂਸਪੋਰਟ ਨੇ, ਮਤਲਬ ਜ਼ਮੀਨ 'ਤੇ ਚੱਲਦੇ ਨੇ, ਲੈਂਡ ਮਤਲਬ ਜ਼ਮੀਨ। ਕਿਹੜੇ ਸਕਾਈ ਟਰਾਂਸਪੋਰਟ ਨੇ, ਸਕਾਈ ਮਤਲਬ ਹਵਾ 'ਚ ਚੱਲਦੇ ਨੇ। ਕਿਹੜੇ ਵਾਟਰ ਟਰਾਂਸਪੋਰਟ ਨੇ, ਮਤਲਬ ਕਿਹੜੇ ਇਹਨਾਂ 'ਚੋਂ ਪਾਣੀ 'ਤੇ ਚੱਲਦੇ ਨੇ। ਹੁਣ ਆਪਾਂ ਦੇਖ ਲੈਂਦੇ ਹਾਂ ਲੈਂਡ ਟਰਾਂਸਪੋਰਟ। ਦੇਖੋ ਇਹਨਾਂ 'ਚੋਂ ਆਪਣੇ ਕੋਲ ਕਿਹੜੇ ਕਿਹੜੇ ਹੋ ਗਏ। ਕਾਰ ਹੋ ਗਈ, ਸਕੂਟਰ ਹੋ ਗਿਆ, ਆਟੋ ਹੋ ਗਿਆ, ਬੱਸ ਹੋ ਗਈ, ਟ੍ਰੇਨ ਹੋ ਗਈ, ਜੀਪ ਹੋ ਗਈ, ਬਾਈਸਾਈਕਲ ਹੋ ਗਿਆ। ਇਹ ਸਾਰੇ ਆਪਣੇ ਕੋਲੇ ਲੈਂਡ 'ਤੇ ਚੱਲਦੇ ਨੇ ਨਾ, ਜ਼ਮੀਨ 'ਤੇ, ਇਸ ਕਰਕੇ ਇਹ ਸਾਰੇ ਲੈਂਡ ਟਰਾਂਸਪੋਰਟ ਹੋ ਗਏ। ਹੁਣ ਸਕਾਈ ਵਾਲੇ ਕਿਹੜੇ ਹੋ ਗਏ, ਐਰੋਪਲੇਨ, ਜਹਾਜ਼ ਤੇ ਹੈਲੀਕਾਪਟਰ। ਇਹ ਆਪਾਂ ਨੂੰ ਪਤਾ ਵੀ ਇਹ ਸਕਾਈ 'ਚ ਉੱਤੇ ਅਸਮਾਨ 'ਚ ਚੱਲਦੇ ਨੇ, ਇਸ ਕਰਕੇ ਇਹ ਸਕਾਈ 'ਚ ਚੱਲਣ ਵਾਲੇ ਹੋ ਗਏ। ਅੱਗੇ ਸਾਡੇ ਕੋਲੇ ਆ ਗਿਆ ਵਾਟਰ, ਪਾਣੀ ਵਾਲੇ ਕਿਹੜੇ ਕਿਹੜੇ ਨੇ, ਸ਼ਿਪ, ਸ਼ਿਪ ਸਮੁੰਦਰੀ ਜਹਾਜ਼ ਸਾਡੇ ਕੋਲ ਪਾਣੀ 'ਚ ਚੱਲਦਾ। ਸਬਮੈਰਾਈਨ, ਸਬਮੈਰਾਈਨ ਵੀ ਇੱਕ ਪਣਡੁੱਬੀ ਹੁੰਦੀ ਹੈ, ਉਹ ਵੀ ਪਾਣੀ 'ਚ ਹੀ ਚੱਲਦੀ ਹੈ, ਪਾਣੀ ਦੇ ਥੱਲੇ। ਅੱਗੇ ਸਾਡੇ ਕੋਲੇ ਆ ਗਿਆ ਬੋਟ, ਬੋਟ ਕਿਸ਼ਤੀ, ਕਿਸ਼ਤੀ ਵੀ ਪਾਣੀ 'ਚ ਹੀ ਚੱਲਦੀ ਆ। ਇਹ ਸੀ ਆਪਣੀ ਐਕਟੀਵਿਟੀ 2। ਆਪਾਂ ਸਾਰੇ ਜਿਹੜੇ ਆਪਣੇ ਕੋਲ ਆਵਾਜਾਈ ਦੇ ਸਾਧਨ ਦਿੱਤੇ ਹੋਏ ਸੀ ਸਾਰੇ ਅਲੱਗ-ਅਲੱਗ ਕਰਕੇ ਲਿਖਤੇ। ਮੈਨੂੰ ਲੱਗਦਾ ਹੈ ਤੁਹਾਨੂੰ ਬੜੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਤੁਹਾਨੂੰ ਕੋਈ ਇਹਨਾਂ 'ਚ ਉਲਝਣ ਨਹੀਂ ਹੋਈ ਹੋਣੀ। ਅੱਗੇ ਆ ਗਈ ਆਪਣੀ ਐਕਟੀਵਿਟੀ 3। ਹੁਣ ਆਪਾਂ ਪ੍ਰਸ਼ਨਾਂ ਦੇ ਉੱਤਰ ਕਰਾਂਗੇ। ਪਹਿਲਾ ਪ੍ਰਸ਼ਨ ਹੈ ਆਪਣੇ ਕੋਲੇ, ਵਟ ਪਲੇਸਿਸ ਡੂ ਦਾ ਟ੍ਰੇਨਸ ਗੋ ਟੂ। ਜਿਹੜੀਆਂ ਰੇਲ ਗੱਡੀਆਂ ਨੇ ਉਹ ਕਿੱਥੇ ਕਿੱਥੇ ਜਾਂਦੀਆਂ ਨੇ।
ਜਾਂ ਕਿਹੜੀਆਂ-ਕਿਹੜੀਆਂ ਜਗ੍ਹਾਵਾਂ ਨੇ ਜਿੱਥੇ ਰੇਲ ਗੱਡੀਆਂ ਜਾਂਦੀਆਂ ਨੇ। ਦ ਟ੍ਰੇਨਸ ਗੋ ਓਵਰ ਦ ਮਾਊਂਟੇਨਸ, ਪਲੇਨਸ ਐਂਡ ਰਿਵਰਸ। ਇਹ ਆਪਾਂ ਪੜ੍ਹਿਆ ਹੀ ਸੀ ਪੋਇਮ 'ਚ, ਇਸ ਕਰਕੇ ਤੁਹਾਨੂੰ ਇਹ ਉੱਤਰ 'ਚ ਕੋਈ ਦਿੱਕਤ ਤਾਂ ਆਉਣੀ ਨਹੀਂ। ਪਹਾੜਾਂ ਉੱਤੋਂ ਦੀ, ਮੈਦਾਨਾਂ ਉੱਤੋਂ ਦੀ ਤੇ ਨਦੀਆਂ ਉੱਤੋਂ ਦੀ। ਸੈਕਿੰਡ ਕੁਐਸਚਨ ਆ ਗਿਆ ਆਪਣੇ ਕੋਲੇ, ਵਟ ਡੂ ਦੇ ਕੈਰੀ, ਮਤਲਬ ਜਿਹੜੀਆਂ ਟ੍ਰੇਨਸ ਨੇ ਉਹ ਕੀ ਲੈ ਕੇ ਜਾਂਦੀਆਂ ਨੇ। ਦੇ ਕੈਰੀ ਪੈਸੇਂਜਰਸ ਐਂਡ ਮੇਲ, ਆਪਾਂ ਪੜ੍ਹਿਆ ਇਹ ਵੀ। ਪੈਸੇਂਜਰਸ ਮਤਲਬ ਯਾਤਰੀ, ਮੇਲ ਮਤਲਬ ਡਾਕ, ਚਿੱਠੀ ਪੱਤਰ। ਜਿਹੜੀਆਂ ਟ੍ਰੇਨਸ ਨੇ, ਰੇਲ ਗੱਡੀਆਂ ਨੇ, ਉਹ ਯਾਤਰੀਆਂ ਨੂੰ ਤੇ ਚਿੱਠੀ ਪੱਤਰ, ਡਾਕ ਨੂੰ ਲੈ ਕੇ ਜਾਂਦੀਆਂ ਨੇ। ਤੀਜਾ ਪ੍ਰਸ਼ਨ ਹੈ, ਵਾਈ ਡਜ਼ ਦ ਪੋਇਟ ਕਾਲ ਪੈਸੇਂਜਰਸ ਐਂਡ ਮੇਲ ਐਜ਼ ਪ੍ਰੀਸ਼ੀਅਸ ਲੋਡਸ। ਹੁਣ ਕਵੀ ਯਾਤਰੀਆਂ ਨੂੰ ਤੇ ਡਾਕ ਨੂੰ ਕੀਮਤੀ ਸਮਾਨ ਕਿਉਂ ਕਹਿੰਦਾ ਹੈ? ਹੁਣ ਕੀਮਤੀ ਤਾਂ ਉਹ ਹੈ ਹੀ, ਕਿਉਂਕਿ ਰੇਲ ਗੱਡੀਆਂ ਦੀ ਇਹ ਇੱਕ ਜ਼ਿੰਮੇਵਾਰੀ ਹੈ, ਉਹਨਾਂ ਦੀ ਇੱਕ ਇਹ ਭਾਰੀ ਜ਼ਿੰਮੇਵਾਰੀ ਹੈ ਕਿ ਉਹ ਯਾਤਰੀਆਂ ਨੂੰ ਤੇ ਡਾਕ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਸੁਰੱਖਿਅਤ ਲੈ ਕੇ ਜਾਣ। ਸੋ ਪੋਇਟ ਕਾਲਸ ਪੈਸੇਂਜਰਸ ਐਂਡ ਮੇਲ ਐਜ਼ ਪ੍ਰੈਸ਼ੀਅਸ ਲੋਡਸ, ਇਸੇ ਕਰਕੇ ਕਵੀ ਇਹਨਾਂ ਨੂੰ ਕੀਮਤੀ ਸਮਾਨ ਕਹਿੰਦਾ ਹੈ। ਚੌਥਾ ਪ੍ਰਸ਼ਨ ਹੈ, ਵੇਅਰ ਡੂ ਦ ਟ੍ਰੇਨਸ ਰਨ, ਰੇਲ ਗੱਡੀਆਂ ਕਿੱਥੇ ਕਿੱਥੇ ਦੌੜਦੀਆਂ ਨੇ। ਇਹ ਪਹਿਲੇ ਪ੍ਰਸ਼ਨ ਵਰਗਾ ਹੀ ਆ, ਇਹਦਾ ਉੱਤਰ ਵੀ ਉਹੀ ਆ ਜਾਣਾ ਹੈ। ਟ੍ਰੇਨਸ ਰਨ ਓਵਰ ਦ ਮਾਊਂਟੇਨਸ, ਪਲੇਨਸ ਐਂਡ ਰਿਵਰਸ। ਠੀਕ ਹੈ ਜੀ, ਇਹ 'ਚ ਵੀ ਦੱਸਣ ਦੀ ਲੋੜ ਤਾਂ ਹੈ ਨਹੀਂ। ਅਗਲਾ ਪ੍ਰਸ਼ਨ ਕਰਦੇ ਹਾਂ, ਵਟ ਆਰ ਫਰੇਟ ਕਾਰਸ, ਮਾਲ ਗੱਡੀਆਂ, ਰੇਲ ਗੱਡੀਆਂ। ਇਹ ਵੀ ਆਪਾਂ ਪੜ੍ਹਿਆ ਸੀ, ਇਹਦਾ ਉੱਤਰ ਆਪਾਂ ਕਰ ਲੈਂਦੇ ਹਾਂ। ਟ੍ਰੇਨਸ ਵਿਚ ਕੈਰੀ ਗੁਡਸ ਆਰ ਕਾਲਡ ਫਰੇਟ ਕਾਰਸ। ਟ੍ਰੇਨਸ ਵਿਚ ਕੈਰੀ ਗੁਡਸ ਆਰ ਕਾਲਡ ਫਰੇਟ ਕਾਰਸ। ਗੁਡਸ ਦਾ ਮਤਲਬ ਹੋ ਗਿਆ ਉਹ ਸਾਰਾ ਸਮਾਨ ਜਿਹੜਾ ਮਾਲ ਗੱਡੀਆਂ ਲੈ ਕੇ ਜਾਂਦੀਆਂ ਨੇ, ਜਿਵੇਂ ਕੋਲਾ ਹੋ ਗਿਆ, ਅਨਾਜ ਹੋ ਗਿਆ, ਹੋਰ ਸਾਰਾ ਜਿੰਨਾ ਵੀ ਭਾਰੀ ਸਮਾਨ ਆ ਜਿਹੜਾ ਉਹ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਂਦੀਆਂ ਨੇ ਮਾਲ ਗੱਡੀਆਂ, ਉਹਨੂੰ ਗੁਡਸ ਕਹਿ ਦਿੰਦੇ ਨੇ। ਇਹਦੇ ਵਿੱਚ ਆਪਾਂ ਨਹੀਂ ਆਉਂਦੇ ਹੁੰਦੇ, ਬਾਕੀ ਸਾਰਾ ਸਮਾਨ ਆਉਂਦਾ ਹੁੰਦਾ, ਇਸ ਲਈ ਇਹਦਾ ਉੱਤਰ ਹੈ ਟ੍ਰੇਨਸ ਵਿਚ ਕੈਰੀ ਗੁਡਸ ਆਰ ਕਾਲਡ ਫਰੇਟ ਕਾਰਸ। ਅੱਗੇ ਆ ਗਿਆ ਆਪਣੇ ਕੋਲੇ ਐਕਟੀਵਿਟੀ 4, ਰੀਡ ਦ ਫੋਲੋਇੰਗ ਲਾਈਨਸ ਐਂਡ ਆਨਸਰ ਦ ਕੁਐਸਚਨਸ ਦੈਟ ਫੋਲੋ। ਕਹਿੰਦੇ ਹੇਠ ਲਿਖੀਆਂ ਜਿਹੜੀਆਂ ਲਾਈਨਾਂ ਨੇ, ਸਤਰਾਂ ਨੇ, ਉਹ ਪੜ੍ਹੋ ਤੇ ਉਸ ਤੋਂ ਬਾਅਦ ਜਿਹੜੇ ਪ੍ਰਸ਼ਨ ਦਿੱਤੇ ਨੇ ਉਹਨਾਂ ਦਾ ਉੱਤਰ ਦਿਓ। ਥਰੂ ਡੇ ਐਂਡ ਡਾਰਕਨੈਸ, ਥਰੂ ਡਸਕ ਐਂਡ ਡਾਨ, ਆਪਾਂ ਪੜ੍ਹਿਆ ਸੀਗਾ ਇਹ ਕਵਿਤਾ 'ਚ। ਵਟ ਡੂ ਦ ਅਬਵ ਲਾਈਨਸ ਰੈਫਰ ਟੂ। ਹੁਣ ਪ੍ਰਸ਼ਨ ਦਾ ਮਤਲਬ ਹੋਇਆ ਕਿ ਜਿਹੜੀਆਂ ਉੱਤੇ ਦੋ ਲਾਈਨਾਂ ਨੇ ਉਹ ਸਾਨੂੰ ਕੀ ਦੱਸਦੀਆਂ ਨੇ। ਕੀ ਦੱਸਦੀਆਂ ਨੇ ਆਪਾਂ ਨੂੰ? ਉਹ ਉਤਲੀਆਂ ਲਾਈਨਾਂ ਦਾ ਆਪਾਂ ਮਤਲਬ ਪੜ੍ਹਿਆ ਸੀ ਵੀ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ, ਚਾਹੇ ਸੂਰਜ ਚੜ੍ਹਨ ਵਾਲਾ ਵੇਲਾ ਹੋਵੇ ਚਾਹੇ ਸੂਰਜ ਛਿਪਣ ਦਾ ਵੇਲਾ ਹੋਵੇ, ਪਰ ਰੇਲ ਗੱਡੀਆਂ ਚੱਲਦੀਆਂ ਰਹਿੰਦੀਆਂ ਨੇ, ਆਪਦੇ ਕੰਮ 'ਤੇ ਲੱਗੀਆਂ ਹੋਈਆਂ ਨੇ। ਇਸ ਕਰਕੇ ਇਹ ਲਾਈਨਾਂ ਆਪਾਂ ਨੂੰ ਦੱਸਦੀਆਂ ਨੇ ਵੀ ਜਿਹੜੀਆਂ ਰੇਲ ਗੱਡੀਆਂ ਨੇ ਉਹਨਾਂ ਦਾ ਸ਼ਡਿਊਲ ਆ ਜਿਹੜਾ ਉਹ ਬੜਾ ਬਿਜ਼ੀ ਹੈ, ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਉਹ ਚੱਲਦੀਆਂ ਰਹਿੰਦੀਆਂ ਨੇ। ਫਿਰ ਇਹਦਾ ਉੱਤਰ ਬਣ ਗਿਆ ਸਾਡੇ ਕੋਲ ਸਿੰਪਲ ਜਿਹਾ, ਦ ਅਬਵ ਲਾਈਨਸ ਟੈਲ ਦ ਬਿਜ਼ੀ ਸ਼ਡਿਊਲ ਆਫ ਟ੍ਰੇਨਸ। ਦੂਜਾ ਪ੍ਰਸ਼ਨ ਹੈ, ਵਟ ਡੂ ਦ ਡੇ ਐਂਡ ਡਾਰਕਨੈਸ ਐਂਡ ਡਸਕ ਐਂਡ ਡਾਨ ਇਨ ਦ ਪੋਇਮ ਟੈਲ ਦ ਰੀਡਰਸ। ਡੇ ਦਿਨ ਰਾਤ, ਤੇ ਜਿਹੜਾ ਆਪਾਂ ਸੂਰਜ ਚੜ੍ਹਨ ਵਾਲਾ ਵੇਲਾ ਤੇ ਸੂਰਜ ਢਲਣ ਵਾਲਾ ਵੇਲਾ, ਉਹ ਜਿਹੜੇ ਪੜ੍ਹਨ ਵਾਲੇ ਨੇ, ਆਪਾਂ ਪੋਇਮ ਪੜ੍ਹੀ ਹੈ, ਪੜ੍ਹਨ ਵਾਲਿਆਂ ਨੂੰ ਉਹ ਕੀ ਦੱਸਦੇ ਨੇ। ਡੇ ਐਂਡ ਡਾਰਕਨੈਸ, ਡਸਕ ਐਂਡ ਡਾਨ ਟੈਲ ਅਬਾਊਟ ਦ ਡਿਫਰੈਂਟ ਪਾਰਟਸ ਆਫ ਅ ਡੇ ਸਚ ਐਜ਼ ਡੇ ਟਾਈਮ, ਨਾਈਟ, ਮਾਰਨਿੰਗ ਤੇ ਈਵਨਿੰਗ। ਇਹ ਆਪਾਂ ਨੂੰ ਦਿਨ ਦੇ ਅਲੱਗ-ਅਲੱਗ ਜਿਹੜੇ ਹਿੱਸੇ ਨੇ, ਅਲੱਗ-ਅਲੱਗ ਪਾਰਟਸ ਨੇ, ਉਹਨਾਂ ਬਾਰੇ ਦੱਸਦੇ ਨੇ। ਆਪਣੀ ਐਕਟੀਵਿਟੀ 4th ਵੀ ਹੋ ਗਈ। ਹੁਣ ਆਪਾਂ ਆ ਗਏ ਐਕਟੀਵਿਟੀ 5th 'ਤੇ। ਪੰਜਵੀਂ ਐਕਟੀਵਿਟੀ ਆਪਣੀ ਕੰਜੰਕਸ਼ਨਸ। ਕੰਜੰਕਸ਼ਨਸ ਦਾ ਮਤਲਬ ਹੁੰਦਾ ਪੰਜਾਬੀ 'ਚ ਯੋਜਕ। ਇਹ ਉਹ ਸ਼ਬਦ ਹੁੰਦੇ ਨੇ ਜਿਹੜੇ ਦੋ ਵਾਕਾਂ ਨੂੰ ਆਪਸ 'ਚ ਜੋੜ ਦੇਣ। ਕੋਈ ਵੀ ਦੋ ਵਾਕ ਨੇ ਸਾਡੇ ਕੋਲੇ, ਜਦੋਂ ਅਸੀਂ ਉਹਨਾਂ ਨੂੰ ਆਪਸ 'ਚ ਜੋੜਨਾ ਹੋਵੇ ਤਾਂ ਅਸੀਂ ਕੰਜੰਕਸ਼ਨਸ ਵਰਤਦੇ ਹਾਂ।
ਐਕਟੀਵਿਟੀ 5 ਚ ਆਪਾਂ ਕੰਜੰਕਸ਼ਨਸ ਕਿਹੜੇ ਕਿਹੜੇ ਕਰਨੇ ਨੇ? ਸੋ ਅਤੇ ਬਿਕੋਜ਼। ਸੋ ਦਾ ਮਤਲਬ ਹੁੰਦਾ ਇਸ ਲਈ, ਬਿਕੋਜ਼ ਦਾ ਮਤਲਬ ਹੁੰਦਾ ਕਿਉਂਕਿ। ਇਹਨਾਂ 'ਚ ਬਹੁਤ ਜ਼ਿਆਦਾ ਘੱਟ ਫਰਕ ਹੈ, ਬਸ ਤੁਸੀਂ ਬੜਾ ਧਿਆਨ ਦੇਣਾ ਤਾਂ ਕਿ ਤੁਹਾਨੂੰ ਸਮਝ ਆ ਜੇ ਵੀ ਆਪਾਂ ਸੋ ਕਿੱਥੇ ਲਾਉਣਾ, ਬਿਕੋਜ਼ ਕਿੱਥੇ ਲਾਉਣਾ। ਜਿਹੜਾ ਸੋ ਆ, ਸੋ ਦਾ ਮਤਲਬ ਹੁੰਦਾ ਇਸ ਲਈ, ਉਹਨੂੰ ਆਪਾਂ ਨਤੀਜੇ ਤੋਂ ਪਹਿਲਾਂ ਲਿਖਦੇ ਹੁੰਦੇ ਆ। ਜਦੋਂ ਕੋਈ ਵੀ ਨਤੀਜਾ ਆਇਆ ਹੋਵੇ ਕਿਸੇ ਐਕਸ਼ਨ ਦਾ, ਮੰਨ ਲਓ ਇੱਕ ਕੰਮ ਹੋਇਆ, ਆਹ ਉਹਦਾ ਨਤੀਜਾ ਆਇਆ, ਜੇ ਆਪਾਂ ਸੋ ਲਿਖਣਾ ਤਾਂ ਸੋ ਨੂੰ ਆਪਾਂ ਜਿਹੜਾ ਨਤੀਜਾ ਆਇਆ ਉਹਦੇ ਅੱਗੇ ਲਿਖਾਂਗੇ। ਸੋ ਆਹ, ਵੀ ਸੋ ਆਹ ਹੋ ਗਿਆ, ਨਤੀਜਾ ਕੀ ਆਇਆ ਸੀ ਆਹ, ਉਹਦੇ ਮੂਹਰੇ ਆਪਾਂ ਸੋ ਲਿਖਤਾ, ਸੋ ਆਹ ਨਤੀਜਾ ਨਿਕਲਿਆ। ਤੇ ਜੇ ਆਪਾਂ ਬਿਕੋਜ਼ ਲਾਉਣਾ ਹੋਵੇ, ਬਿਕੋਜ਼ ਦਾ ਮਤਲਬ ਹੁੰਦਾ ਕਿਉਂਕਿ। ਬਿਕੋਜ਼ ਲੱਗਦਾ ਹੁੰਦਾ ਕਾਰਨ ਤੋਂ ਪਹਿਲਾਂ। ਮੰਨ ਲਓ ਇੱਕ ਕੰਮ, ਆਹ ਚੀਜ਼ ਹੋ ਗਈ, ਇਹ ਚੀਜ਼ ਹੋਣ ਦਾ ਕਾਰਨ ਆਹ ਸੀ, ਕਾਰਨ ਸਮਝੋ। ਉਹ ਆਪਾਂ ਸੋ ਲਾਇਆ ਸੀ ਨਤੀਜੇ ਤੋਂ ਮੂਹਰੇ, ਤੇ ਬਿਕੋਜ਼ ਆਪਾਂ ਲਾਵਾਂਗੇ ਕਾਰਨ ਤੋਂ ਮੂਹਰੇ। ਮੰਨ ਲਓ ਆਹ ਚੀਜ਼ ਹੋ ਗਈ, ਇਹਦਾ ਕਾਰਨ ਆਹ ਸੀ, ਤਾਂ ਉਹਦੇ ਮੂਹਰੇ ਆਪਾਂ ਬਿਕੋਜ਼ ਲਾ ਦਾਂਗੇ ਕਿ ਇਹ ਚੀਜ਼ ਹੋਣ ਦਾ ਕਾਰਨ ਇਹ ਸੀਗਾ, ਤਾਂ ਇਹਦੇ ਮੂਹਰੇ ਲੱਗ ਗਿਆ ਬਿਕੋਜ਼। ਜਦੋਂ ਆਪਾਂ ਵਾਕ ਕਰਾਂਗੇ ਉਹਦੇ ਵਿੱਚ ਆਪਾਂ ਇਹਨਾਂ ਦੋਨਾਂ ਨੂੰ ਵਰਤਾਂਗੇ, ਤੁਹਾਨੂੰ ਹੋਰ ਵੀ ਬੜਾ ਚੰਗੀ ਤਰ੍ਹਾਂ ਸਮਝ ਆ ਜਾਊਗਾ। ਪਹਿਲਾ ਵਾਕ ਆਪਣੇ ਕੋਲੇ, ਮਾਈ ਡੌਗ ਵਾਜ਼ ਹੰਗਰੀ ਡੈਸ਼ ਇਟ ਸਟੋਲ ਬਿਸਕਿਟਸ ਫਰੋਮ ਦਾ ਸ਼ੈਲਫ। ਇੱਕ ਤਾਂ ਆਪਣੇ ਕੋਲੇ ਆ ਮਾਈ ਡੌਗ ਵਾਜ਼ ਹੰਗਰੀ ਕਿ ਮੇਰਾ ਕੁੱਤਾ ਭੁੱਖਾ ਸੀ। ਦੂਜਾ ਆਪਣੇ ਕੋਲੇ ਇਟ ਸਟੋਲ ਬਿਸਕਿਟਸ ਫਰੋਮ ਦਾ ਸ਼ੈਲਫ, ਉਹਨੇ ਸ਼ੈਲਫ ਤੋਂ ਬਿਸਕੁਟ ਚੋਰੀ ਕਰ ਲਏ। ਹੁਣ ਸੋ ਦੀ ਪੰਜਾਬੀ ਹੁੰਦੀ ਹੈ ਇਸ ਲਈ, ਆਪਾਂ ਚੈੱਕ ਵੀ ਕਰ ਲਾਂਗੇ। ਮੇਰਾ ਕੁੱਤਾ ਭੁੱਖਾ ਸੀ ਇਸ ਲਈ ਉਹਨੇ ਸ਼ੈਲਫ ਤੋਂ ਬਿਸਕੁਟ ਚੋਰੀ ਕੀਤੇ। ਵਾਕ ਜਮਾ ਸਹੀ ਬਣ ਗਿਆ। ਚਲੋ ਆਪਾਂ ਬਿਕੋਜ਼ ਲਾ ਕੇ ਦੇਖ ਲੈਂਦੇ ਹਾਂ ਇੱਥੇ, ਕਿਉਂਕਿ ਮੇਰਾ ਕੁੱਤਾ ਭੁੱਖਾ ਸੀ ਕਿਉਂਕਿ ਉਹਨੇ ਸ਼ੈਲਫ ਤੋਂ ਬਿਸਕੁਟ ਚੋਰੀ ਕੀਤੇ। ਇਹ ਤਾਂ ਗੱਲ ਹੀ ਨਹੀਂ ਬਣੀ, ਇਹਦਾ ਮਤਲਬ ਹੀ ਕੋਈ ਨਾ ਬਣਿਆ। ਇਸ ਕਰਕੇ ਆਪਾਂ ਸੋ ਲਾਵਾਂਗੇ, ਮੇਰਾ ਕੁੱਤਾ ਭੁੱਖਾ ਸੀ ਇਸ ਲਈ ਉਹਨੇ ਬਿਸਕੁਟ ਚੋਰੀ ਕੀਤੇ। ਇਹਨੂੰ ਜੇ ਤੁਸੀਂ ਨਾਲ ਪੰਜਾਬੀ 'ਚ ਵੀ ਯਾਦ ਰੱਖ ਲਓ ਤਾਂ ਤੁਹਾਨੂੰ ਹੋਰ ਵਧੀਆ ਸਮਝ ਆ ਜਾਊਗਾ। ਹੁਣ ਆਪਾਂ ਦੂਜਾ ਵਾਕ ਕਰਦੇ ਹਾਂ, ਆਈ ਐਮ ਫੀਲਿੰਗ ਸਲੀਪੀ, ਮੈਨੂੰ ਨੀਂਦ ਆ ਰਹੀ ਹੈ। ਆਈ ਐਮ ਵੈਰੀ ਟਾਇਰਡ, ਮੈਂ ਬਹੁਤ ਥੱਕਿਆ ਹੋਇਆ। ਹੁਣ ਇੱਥੇ ਆਪਾਂ ਕਿਉਂਕਿ ਯੂਜ਼ ਕਰਾਂਗੇ ਕਿ ਮੈਨੂੰ ਨੀਂਦ ਆ ਰਹੀ ਹੈ ਕਿਉਂਕਿ ਮੈਂ ਥੱਕਿਆ ਹੋਇਆ। ਹੁਣ ਨੀਂਦ ਆਉਣ ਦਾ ਇਹ ਕਾਰਨ ਆ, ਇਸ ਕਰਕੇ ਆਪਾਂ ਬਿਕੋਜ਼ ਲਾਤਾ। ਸਮਝ ਆ ਗਈ ਹੋਊਗੀ ਤੁਹਾਨੂੰ। ਹੁਣ ਜੇ ਆਪਾਂ ਇੱਥੇ ਇਸ ਲਈ ਲਾਉਂਦੇ, ਮੈਨੂੰ ਨੀਂਦ ਆ ਰਹੀ ਹੈ ਇਸ ਲਈ ਮੈਂ ਥੱਕਿਆ ਹੋਇਆ, ਇਹ ਗੱਲ ਨਹੀਂ ਨਾ ਬਣੀ ਕੋਈ। ਇਹ ਬਿਲਕੁਲ ਸਹੀ ਲੱਗਦਾ ਕਿ ਮੈਨੂੰ ਨੀਂਦ ਆ ਰਹੀ ਹੈ ਕਿਉਂਕਿ ਮੈਂ ਥੱਕਿਆ ਹੋਇਆ, ਇਸ ਕਰਕੇ ਇੱਥੇ ਬਿਕੋਜ਼ ਆਊਗਾ। ਇਸ ਕਰਕੇ ਆਪਾਂ ਇੱਥੇ ਬਿਕੋਜ਼ ਲਾਵਾਂਗੇ। ਅੱਗੇ ਆ ਗਿਆ ਆਪਣੇ ਕੋਲ ਤੀਜਾ ਵਾਕ, ਬਬਲੀ ਬੌਟ ਨਿਊ ਕਲੋਥ ਡੈਸ਼ ਸ਼ੀ ਵਾਂਟਡ ਟੂ ਵੀਅਰ ਦੈਮ ਔਨ ਦੀਵਾਲੀ। ਬਬਲੀ ਨੇ ਨਵੇਂ ਕੱਪੜੇ ਖਰੀਦੇ, ਉਹ ਦੀਵਾਲੀ 'ਤੇ ਇਹਨਾਂ ਨੂੰ ਪਾਉਣਾ ਚਾਹੁੰਦੀ ਸੀ। ਬਬਲੀ ਨੇ ਨਵੇਂ ਕੱਪੜੇ ਖਰੀਦੇ ਕਿਉਂਕਿ ਉਹ ਇਹਨਾਂ ਨੂੰ ਦੀਵਾਲੀ 'ਤੇ ਪਾਉਣਾ ਚਾਹੁੰਦੀ ਸੀ, ਉਹਨੇ ਤਾਂ ਕਰਕੇ ਨਵੇਂ ਕੱਪੜੇ ਖਰੀਦੇ ਆ ਦੀਵਾਲੀ ਕਰਕੇ। ਬਬਲੀ ਬੌਟ ਨਿਊ ਕਲੋਥ ਬਿਕੋਜ਼ ਸ਼ੀ ਵਾਂਟਡ ਟੂ ਵੀਅਰ ਦੈਮ ਔਨ ਦੀਵਾਲੀ। ਠੀਕ ਹੈ ਜੀ, ਠੀਕ ਹੈ, ਹੋ ਗਿਆ ਇਹ ਵੀ। ਇਸ ਅਗਲਾ ਵਾਕ ਆ ਗਿਆ ਸਾਡਾ, ਇਟ ਵਾਜ਼ ਰੇਨਿੰਗ ਡੈਸ਼ ਮਾਈ ਬੁੱਕਸ ਗੌਟ ਵੈਟ। ਮੀਂਹ ਪੈ ਰਿਹਾ ਸੀ, ਮੇਰੀਆਂ ਕਿਤਾਬਾਂ ਗਿੱਲੀਆਂ ਹੋ ਗਈਆਂ। ਹੁਣ ਇਹ ਮੀਂਹ ਪੈ ਰਿਹਾ ਸੀ, ਇਹ ਕਿਰਿਆ ਉਹ ਤੋਂ ਬਾਅਦ ਹੋਈ ਹੈ ਜਾ ਕੇ, ਮੀਂਹ ਪੈ ਰਿਹਾ ਸੀ ਇਸ ਲਈ ਮੇਰੀਆਂ ਕਿਤਾਬਾਂ ਗਿੱਲੀਆਂ ਹੋ ਗਈਆਂ। ਇੱਥੇ ਆਪਾਂ ਸੋ ਯੂਜ਼ ਕਰ ਦਾਂਗੇ, ਇਟ ਵਾਜ਼ ਰੇਨਿੰਗ ਸੋ ਮਾਈ ਬੁੱਕਸ ਗੌਟ ਵੈਟ। ਅੱਗੇ ਆ ਗਿਆ, ਹੀ ਡਿਡ ਨਾਟ ਸਟੱਡੀ ਹਾਰਡ ਡੈਸ਼ ਹੀ ਫੇਲਡ ਦਾ ਟੈਸਟ। ਉਹਨੇ ਚੰਗੀ ਤਰ੍ਹਾਂ ਮਿਹਨਤ ਨਹੀਂ ਕੀਤੀ, ਉਹ ਫੇਲ ਹੋ ਗਿਆ। ਇਹ ਉਹਦਾ ਰਿਜ਼ਲਟ ਆਇਆ, ਉਹਦਾ ਸਿੱਟਾ ਕੀ ਨਿਕਲਿਆ, ਉਹਨੇ ਚੰਗੀ ਮਿਹਨਤ ਨਹੀਂ ਕੀਤੀ ਸੀ ਇਸ ਲਈ ਉਹ ਫੇਲ ਹੋ ਗਿਆ। ਇੱਥੇ ਵੀ ਆਪਾਂ ਸੋ ਯੂਜ਼ ਕਰ ਲਾਂਗੇ, ਹੀ ਡਿਡ ਨਾਟ ਸਟੱਡੀ ਹਾਰਡ ਸੋ ਹੀ ਫੇਲਡ ਦਾ ਟੈਸਟ, ਇਸ ਲਈ ਉਹ ਫੇਲ ਹੋ ਗਿਆ। ਆਈ ਆਸਕਡ ਫॉर ਡਾਇਰੈਕਸ਼ਨਸ ਡੈਸ਼ ਆਈ ਵਾਜ਼ ਲੌਸਟ। ਮੈਂ ਦਿਸ਼ਾ ਪੁੱਛੀ, ਮੈਂ ਗਵਾਚ ਚੁੱਕਾ ਸੀ। ਮੈਂ ਦਿਸ਼ਾ ਪੁੱਛੀ ਕਿਉਂਕਿ ਮੈਂ ਗਵਾਚ ਚੁੱਕਾ ਸੀ। ਅੱਗੇ ਆ ਗਿਆ ਆਪਣੇ ਕੋਲੇ, ਆਈ ਡਿਡ ਨਾਟ ਕਲੀਨ ਦਾ ਰੂਮ, ਮੈਂ ਕਮਰਾ ਸਾਫ਼ ਨਹੀਂ ਕੀਤਾ। ਇਟ ਬਿਕੇਮ ਡਰਟੀ, ਉਹ ਗੰਦਾ ਹੋ ਗਿਆ। ਮੈਂ ਕਮਰਾ ਸਾਫ਼ ਨਹੀਂ ਕੀਤਾ ਇਸ ਲਈ ਉਹ ਗੰਦਾ ਹੋ ਗਿਆ।
ਇੱਥੇ ਆਪਾਂ ਇਸ ਲਈ ਲਾਵਾਂਗੇ ਮਤਲਬ ਸੋ ਲਾਵਾਂਗੇ। I did not clean the room so it became dirty, ਤਾਂ ਕਰਕੇ ਉਹ ਗੰਦਾ ਹੋ ਗਿਆ। I met with an accident dash I was driving fast, ਮੇਰਾ ਐਕਸੀਡੈਂਟ ਹੋ ਗਿਆ ਕਿਉਂਕਿ ਮੈਂ ਤੇਜ਼ ਚਲਾ ਰਿਹਾ ਸੀ। ਇੱਥੇ ਕਿਉਂਕਿ ਆਊਗਾ because I was driving fast। ਦੀਪਾ went to the doctor dash she was feeling sick, ਦੀਪਾ ਡਾਕਟਰ ਕੋਲੇ ਗਈ ਕਿਉਂਕਿ ਉਹ ਬਿਮਾਰ ਸੀ because she was feeling sick। ਮੋਹਨ did not help ਸੋਹਣ dash he was not well, ਮੋਹਨ ਨੇ ਸੋਹਣ ਦੀ ਮਦਦ ਨਹੀਂ ਕੀਤੀ ਕਿਉਂਕਿ ਉਹ ਠੀਕ ਨਹੀਂ ਸੀ because he was not well। ਆਪਣੀ ਇਹ ਐਕਟੀਵਿਟੀ ਵੀ ਹੋ ਗਈ। ਅੱਗੇ ਆਪਾਂ ਕਰਦੇ ਹਾਂ ਆਪਣੀ ਐਕਟੀਵਿਟੀ 6। ਇਹਦੇ ਵਿੱਚ ਆਪਾਂ ਦੋ ਵਾਕਾਂ ਨੂੰ ਜੋੜਨਾ although ਅਤੇ yet ਲਾ ਕੇ। although ਦਾ ਮਤਲਬ ਹੁੰਦਾ ਭਾਵੇਂ ਤੇ yet ਦਾ ਮਤਲਬ ਹੁੰਦਾ ਤਾਂ ਵੀ। ਜਿਵੇਂ ਆਪਾਂ ਕਹਿ ਦਿੰਦੇ ਹੁੰਦੇ ਆ ਭਾਵੇਂ ਮੈਂ ਬਿਮਾਰ ਸੀ ਤਾਂ ਵੀ ਮੈਂ ਖੇਡਣ ਗਿਆ ਜਾਂ ਤਾਂ ਵੀ ਮੈਂ ਖੇਡੀ ਗਿਆ। ਭਾਵੇਂ ਅਤੇ ਤਾਂ ਵੀ ਪਤਾ ਲੱਗ ਗਿਆ ਨਾ ਦੋ ਵਾਕਾਂ ਨੂੰ ਆਪਾਂ ਕਿਵੇਂ ਜੋੜਦੇ ਹੁੰਦੇ ਆ। ਹੁਣ ਆਪਾਂ ਇਸ ਐਕਟੀਵਿਟੀ 'ਚ ਇਹਨਾਂ ਨੂੰ ਜੋੜਦੇ ਹਾਂ। My dog was hungry, it did not eat biscuits। ਹੁਣ ਭਾਵੇਂ ਮੇਰਾ ਕੁੱਤਾ ਭੁੱਖਾ ਸੀ ਤਾਂ ਵੀ ਉਹਨੇ ਬਿਸਕੁਟ ਨਹੀਂ ਖਾਧੇ। although my dog was hungry yet it did not eat biscuits। ਅੱਗੇ ਆ ਗਿਆ ਆਪਣੇ ਕੋਲੇ he is very sleepy, he is watching a movie। although he is very sleepy yet he is watching a movie, ਤਾਂ ਵੀ ਉਹ ਫਿਲਮ ਦੇਖੀ ਜਾਂਦਾ ਭਾਵੇਂ ਉਹਨੂੰ ਨੀਂਦ ਆਈ ਜਾਂਦੀ ਹੈ। ਬਬਲੀ wanted to wear new clothes on ਦੀਵਾਲੀ, ਬਬਲੀ ਦੀਵਾਲੀ ਦੇ ਨਵੇਂ ਕੱਪੜੇ ਪਾਉਣਾ ਚਾਹੁੰਦੀ ਸੀ ਬਬਲੀ did not buy them, ਬਬਲੀ ਨੇ ਖਰੀਦੇ ਨਹੀਂ ਸਨ। ਭਾਵੇਂ ਬਬਲੀ ਦੀਵਾਲੀ ਦੇ ਨਵੇਂ ਕੱਪੜੇ ਪਾਉਣਾ ਚਾਹੁੰਦੀ ਸੀ ਪਰ ਫਿਰ ਵੀ ਉਹਨੇ ਨਵੇਂ ਕੱਪੜੇ ਖਰੀਦੇ ਨਹੀਂ ਸਨ, ਤਾਂ ਵੀ ਉਹਨੇ ਨਵੇਂ ਕੱਪੜੇ ਖਰੀਦੇ ਨਹੀਂ ਸਨ। ਇਹਨਾਂ ਨੂੰ ਵੀ although ਤੇ yet ਤੁਹਾਨੂੰ ਪਤਾ ਲੱਗ ਗਿਆ ਹੋਊਗਾ ਆਪਾਂ ਕਿਵੇਂ ਕਿਵੇਂ ਲਾਉਣਾ। ਅੱਗੇ ਵੀ ਆਪਾਂ ਸਾਰੇ ਵਾਕ ਇਸੇ ਤਰੀਕੇ ਨਾਲ ਹੀ ਕਰ ਲਾਂਗੇ, ਤੁਹਾਨੂੰ ਪਤਾ ਲੱਗ ਜੂਗਾ। although it was raining yet I did not take an umbrella, ਭਾਵੇਂ ਮੀਂਹ ਪੈ ਰਿਹਾ ਸੀ ਤਾਂ ਵੀ ਮੈਂ ਛਤਰੀ ਲੈ ਕੇ ਨਹੀਂ ਗਿਆ। although he did not study hard yet he passed the test, ਭਾਵੇਂ ਉਹਨੇ ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕੀਤੀ ਤਾਂ ਵੀ ਉਹ ਪਾਸ ਹੋ ਗਿਆ। I was lost, I did not ask for directions, although I was lost yet I did not ask for directions, ਭਾਵੇਂ ਮੈਂ ਗਵਾਚ ਗਿਆ ਸੀ ਤਾਂ ਵੀ ਮੈਂ ਦਿਸ਼ਾਵਾਂ ਨਹੀਂ ਪੁੱਛੀਆਂ ਜਾਂ ਕਿਸੇ ਤੋਂ ਦਿਸ਼ਾ ਨਹੀਂ ਪੁੱਛੀ। although my room was dirty yet I did not clean the room, ਭਾਵੇਂ ਮੇਰਾ ਕਮਰਾ ਗੰਦਾ ਸੀ ਤਾਂ ਵੀ ਮੈਂ ਕਮਰਾ ਸਾਫ਼ ਨਹੀਂ ਕਰਿਆ। although I was ill yet I did not go to the doctor, ਭਾਵੇਂ ਮੈਂ ਬਿਮਾਰ ਸੀ ਤਾਂ ਵੀ ਮੈਂ ਡਾਕਟਰ ਕੋਲੇ ਨਹੀਂ ਗਿਆ। although ਮੋਹਨ and ਸੋਹਨ were friends yet ਮੋਹਨ did not help ਸੋਹਨ, ਭਾਵੇਂ ਮੋਹਨ ਤੇ ਸੋਹਨ ਦੋਸਤ ਸੀ ਤਾਂ ਵੀ ਮੋਹਨ ਨੇ ਸੋਹਨ ਦੀ ਮਦਦ ਨਹੀਂ ਕੀਤੀ। although I went to the market yet I did not buy anything, ਭਾਵੇਂ ਮੈਂ ਬਾਜ਼ਾਰ ਗਿਆ ਸੀ ਤਾਂ ਵੀ ਮੈਂ ਉੱਥੋਂ ਕੁਝ ਵੀ ਖਰੀਦ ਕੇ ਨਹੀਂ ਲਿਆਇਆ। ਇਹ ਸੀ ਆਪਣਾ ਸਾਰਾ ਪਾਠ ਅਤੇ ਆਪਣੀਆਂ ਸਾਰੀਆਂ ਐਕਟੀਵਿਟੀਜ਼, ਸਾਰੇ ਪ੍ਰਸ਼ਨ ਉੱਤਰ ਵੀ ਹੋ ਗਏ। ਉਮੀਦ ਕਰਦੇ ਹਾਂ ਕਿ ਪੂਰਾ ਪਾਠ ਤੁਹਾਨੂੰ ਵਧੀਆ ਚੰਗੀ ਤਰ੍ਹਾਂ ਸਮਝ ਵੀ ਆ ਗਿਆ ਹੋਊਗਾ ਤੇ ਸਾਰੀ ਆਪਾਂ ਐਕਸਰਸਾਈਜ਼ ਵੀ ਕਰ ਲਈ। ਇਹਨੂੰ ਤੁਸੀਂ ਆਪਣੀਆਂ ਕਾਪੀਆਂ ਤੇ ਨੋਟ ਕਰ ਲਿਓ ਤੇ ਅਗਲੀ ਵੀਡੀਓ 'ਚ ਆਪਾਂ ਅਗਲਾ ਪਾਠ ਪੜ੍ਹਾਂਗੇ।